गुड मॉर्निंग स्टूडेंट्स, प्यारे बच्चों। ਅੱਜ ਅਸੀਂ ਫੈਬਰਿਕ ਸਟਰਕਚਰ ਸਬਜੈਕਟ ਦਾ ਨੈਕਸਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਜੋ ਹੈ ਸਾਡਾ ਵੈਲਡਸ ਐਂਡ ਪਿਕੇ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਮੇਨਲੀ ਵੈਲਡ ਸਟਰਕਚਰ ਬਾਰੇ ਪੜਾਂਗੇ ਕਿ ਵੈਲਡ ਸਟਰਕਚਰ ਨੂੰ ਬਣਾਇਆ ਕਿਸ ਤਰ੍ਹਾਂ ਜਾਂਦਾ ਹੈ, ਉਸ ਦੀ ਇੰਪੋਰਟੈਂਸ ਕੀ ਹੈ ਤੇ ਉਸ ਦੀ ਕਲਾਸੀਫਿਕੇਸ਼ਨਸ ਕੀ ਹੈ, ਤੇ ਉਹ ਜਿਹੜੀ ਕਲਾਸੀਫਿਕੇਸ਼ਨ ਅਲੱਗ-ਅਲੱਗ ਹਨ ਉਹ ਅਸੀਂ ਇਸ ਅੱਜ ਦੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਵੈਲਡ ਸਟਰਕਚਰ ਦੀ ਅਲੱਗ-ਅਲੱਗ ਟਾਈਪਸ ਕਿਹੜੀਆਂ-ਕਿਹੜੀਆਂ ਹਨ। ਫਸਟ ਆਫ ਆਲ, ਇੰਟਰੋਡਕਸ਼ਨ ਆਫ ਵੈਲਡਸ ਐਂਡ ਪਿਕੇ। ਵੈਲਡ ਇਸ ਦੇ ਵਿੱਚੋਂ ਕਹਿ ਰਿਹਾ ਕਿ this term is applied to those pique structure that have horizontally running chord। ਇਹ ਜਿਹੜਾ ਵੈਲਡ ਟਰਮ ਹੈ ਇਹ ਉਸ ਪਿਕੇ ਸਟਰਕਚਰ ਨੂੰ ਅਪਲਾਈ ਕੀਤੀ ਜਾਂਦੀ ਹੈ ਜਾਂ ਉਸ ਪਿਕੇ ਸਟਰਕਚਰ ਨੂੰ ਕਿਹਾ ਜਾਂਦਾ ਜਿਹੜਾ ਕੱਪੜੇ ਦੇ ਵਿੱਚ ਹੌਰੀਜ਼ੌਂਟਲੀ ਰਨਿੰਗ ਕਾਰਡ ਹੁੰਦੀ ਹੈ ਲਾਈਨ। ਅਗਰ ਸਿੰਪਲ ਸ਼ਬਦਾਂ ਦੇ ਵਿੱਚ ਕਹੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਵੈਲਡ ਸਟਰਕਚਰ ਉਹ ਸਟਰਕਚਰ ਹੈ ਜਿਸ ਦੇ ਵਿੱਚ ਕੱਪੜੇ ਦੇ ਵਿੱਚ ਹੌਰੀਜ਼ੌਂਟਲ ਲਾਈਨ ਕ੍ਰੀਏਟ ਹੁੰਦੀਆਂ। ਹੌਰੀਜ਼ੌਂਟਲ ਰਨਿੰਗ ਕਾਰਡ ਮੀਨਸ ਲਾਈਨ। ਉਸ ਵੀਵ ਸਟਰਕਚਰ ਜਿਹੜਾ ਕੱਪੜੇ ਦੇ ਵਿੱਚ ਹੌਰੀਜ਼ੌਂਟਲ ਲਾਈਨ ਕ੍ਰੀਏਟ ਕਰਦਾ, ਹੌਰੀਜ਼ੌਂਟਲ ਕਾਰਡਸ ਨੂੰ ਕ੍ਰੀਏਟ ਕਰਦਾ, ਇਸ ਤਰ੍ਹਾਂ ਦੇ ਸਟਰਕਚਰ ਨੂੰ ਅਸੀਂ ਵੈਲਡ ਸਟਰਕਚਰ ਕਹਿੰਦੇ ਨੇ। ਇਸ ਪਾਰਟਿਕੂਲਰ ਵੈਲਡ ਸਟਰਕਚਰ ਦੇ ਵਿੱਚ ਜਿਹੜੇ ਨੰਬਰ ਆਫ ਐਂਡਸ ਉਹ ਹਮੇਸ਼ਾ 6 ਹੋਣਗੇ ਤੇ ਨੰਬਰ ਆਫ ਪਿਕਸ ਉਹ ਹਮੇਸ਼ਾ ਈਵਨ ਨੰਬਰ ਦੇ ਵਿੱਚ ਹੋਣਗੀਆਂ। ਇਟ ਕੈਨ ਬੀ ਵੇਰੀ, ਇਹ ਵੇਰੀ ਵੀ ਕਰ ਸਕਦੀਆਂ, ਉਹ ਸਾਡੀਆਂ 6 ਵੀ ਹੋ ਸਕਦੀਆਂ, 8 ਵੀ ਹੋ ਸਕਦੀਆਂ ਤੇ 10 ਵੀ ਹੋ ਸਕਦੀਆਂ। ਵੈਲਡ ਸਟਰਕਚਰ ਉਹ ਜਿਹੜਾ ਕੱਪੜੇ ਦੇ ਵਿੱਚ ਹੌਰੀਜ਼ੌਂਟਲ ਲਾਈਨ ਕ੍ਰੀਏਟ ਕਰਦਾ। ਇਸ ਪਾਰਟਿਕੂਲਰ ਵੈਲਡ ਸਟਰਕਚਰ ਦੇ ਵਿੱਚ ਹਮੇਸ਼ਾ ਐਂਡ 6 ਹੁੰਦੇ ਹਨ ਤੇ ਪਿਕਸ ਹਮੇਸ਼ਾ ਈਵਨ ਨੰਬਰ ਦੇ ਵਿੱਚ ਹੁੰਦੀਆਂ ਹਨ ਜੋ ਕਿ ਵੇਰੀ ਕਰ ਸਕਦੀਆਂ ਹਨ। ਇਨ ਵੈਲਡ ਸਟਰਕਚਰ ਇਹ ਥੋੜਾ ਕੰਪੈਰੀਜ਼ਨ ਕੀਤਾ ਗਿਆ ਵੈਲਡ ਤੇ ਪਿਕੇ ਦਾ। ਇਨ ਵੈਲਡ ਸਟਰਕਚਰ ਸਿੰਪਲ ਹੌਰੀਜ਼ੌਂਟਲ ਲਾਈਨ ਅਪੀਅਰ ਔਨ ਦਾ ਸਰਫੇਸ। ਇਹ ਪੁਆਇੰਟ ਤੁਹਾਨੂੰ ਆਲਰੇਡੀ ਪਹਿਲੇ ਵੀ ਮੈਂ ਐਕਸਪਲੇਨ ਕਰ ਚੁੱਕਾ ਹਾਂ ਕਿ ਕੱਪੜੇ ਦੇ ਵਿੱਚ ਸਿੰਪਲ ਹੌਰੀਜ਼ੌਂਟਲ ਲਾਈਨ ਕ੍ਰੀਏਟ ਕਰਦਾ ਹੈ। ਹੌਰੀਜ਼ੌਂਟਲ ਮੀਨਸ ਜਿਹੜੀਆਂ ਲਾਈਨਸ ਵੈਕਟ ਵਾਈਜ਼ ਕ੍ਰੀਏਟ ਹੁੰਦੀਆਂ ਕੱਪੜੇ ਦੇ ਵਿੱਚ। ਬਟ ਇਨ ਪਿਕੇ ਵੀਵ ਡਿਜ਼ਾਈਨ, ਬਟ ਪਿਕੇ ਦੇ ਵਿੱਚ ਉਹ ਕੀ ਕਹਿ ਰਿਹਾ, the line appear in the form of raised parallel chord। ਪਿਕੇ ਫੈਬਰਿਕ ਦੇ ਵਿੱਚ ਵੀ ਜਿਹੜੀਆਂ ਲਾਈਨਸ ਹੈ ਉਹ ਫਾਰਮ ਹੁੰਦੀਆਂ ਬਟ ਇਨ ਰੇਜ਼ਡ ਪੈਰਲਲ chord। ਬਟ ਉਹ ਲਾਈਨ ਜਿਹੜੀ ਹੁੰਦੀਆਂ ਉਹ ਥੋੜੀਆਂ ਰੇਜ਼ਡ ਹੁੰਦੀਆਂ, ਉੱਠੀਆਂ ਹੋਈਆਂ ਹੁੰਦੀਆਂ ਕੱਪੜੇ ਦੇ ਵਿੱਚ। ਔਰ ਜਿਓਮੈਟ੍ਰੀਕਲ ਡਿਜ਼ਾਈਨ ਇਨ ਦਾ ਫੈਬਰਿਕ, ਜਾਂ ਕੱਪੜੇ ਦੇ ਵਿੱਚ ਕੋਈ ਜਿਓਮੈਟ੍ਰੀਕਲ ਡਿਜ਼ਾਈਨ ਕ੍ਰੀਏਟ ਕਰਦਾ ਹੈ ਇਹ ਵਾਲੀ ਵੀਵ, ਪਿਕੇ ਵੀਵ। So this weave design is a modification of the welt structure। So ਇਹ ਜਿਹੜੀ ਪਿਕੇ ਵੀਵ ਹੈ it is a modification of the welt structure। welt structure ਵਿੱਚ ਤੁਹਾਨੂੰ ਦੱਸਿਆ ਕਿ ਉਸ ਦੇ ਵਿੱਚ horizontal line create ਹੁੰਦੀ ਹੈ ਕੱਪੜੇ ਦੇ ਵਿੱਚ, but in ਪਿਕੇ ਸਟਰਕਚਰ ਦੇ ਵਿੱਚ ਕੀ ਹੈ, ਇਸ ਦੇ ਵਿੱਚ raised parallel chord ਜਾਂ geometrical design ਬਣਦਾ ਹੈ। ਇਹ ਕਹਿ ਸਕਦੇ ਹਾਂ ਕਿ ਅਸੀਂ ਜਿਹੜਾ ਪਿਕੇ ਵੀਵ ਹੈ ਜਾਂ ਪਿਕੇ ਡਿਜ਼ਾਈਨ ਹੈ it is a modification of the welt structure। ਨੈਕਸਟ ਹੈ ਟਾਈਪਸ ਆਫ ਵੈਲਡ ਸਟਰਕਚਰ। ਵੈਲਡ ਸਟਰਕਚਰ ਦੀ ਕਿਹੜੀ ਟਾਈਪਸ ਹਨ। ਵੈਲਡ ਸਟਰਕਚਰ ਮੇਨਲੀ 3 ਤਰ੍ਹਾਂ ਦਾ ਹੁੰਦਾ ਹੈ। ਫਸਟ ਆਫ ਆਲ ਆਰਡੀਨਰੀ ਵੈਲਡ ਸਟਰਕਚਰ, ਜਿਸ ਨੂੰ ਅਸੀਂ ਲੂਜ਼ ਬੈਕ ਵੈਲਡ ਸਟਰਕਚਰ ਵੀ ਕਹਿੰਦੇ ਹਾਂ। ਸੈਕੰਡ ਟਾਈਪ ਹੈ ਲੂਜ਼ ਬੈਕ ਵੈਡਿਡ ਵੈਲਡ ਸਟਰਕਚਰ। ਥਰਡ ਹੈ ਫਾਸਟ ਬੈਕ ਵੈਡਿਡ ਵੈਲਡ ਸਟਰਕਚਰ। ਹੁਣ ਅਸੀਂ ਇੱਕ ਇੱਕ ਕਰਕੇ ਇਹ ਤਿੰਨਾਂ ਬਾਰੇ ਡਿਸਕਸ਼ਨ ਕਰਾਂਗੇ। ਫਸਟ ਟਾਈਪ ਹੈਗੀ ਹੈ ਲੂਜ਼ ਬੈਕ ਵੈਲਡ ਸਟਰਕਚਰ। ਲੂਜ਼ ਬੈਕ ਵੈਲਡ ਸਟਰਕਚਰ ਦੇ ਵਿੱਚ ਉਹ ਕੀ ਕਰ ਰਿਹਾ, ਇਟ ਫਾਰਮ ਕੰਟੀਨਿਊਸ ਸਰਕਲ ਲਾਈਨ ਇਨ ਹੌਰੀਜ਼ੌਂਟਲ ਡਾਇਰੈਕਸ਼ਨ। ਇਸ ਲੂਜ਼ ਬੈਕ ਵੈਲਡ ਸਟਰਕਚਰ ਦੇ ਦੁਆਰਾ ਅਸੀਂ ਕੱਪੜੇ ਦੇ ਵਿੱਚ ਕੰਟੀਨਿਊਸ ਸਰਕਲ ਲਾਈਨ ਪ੍ਰੋਡਿਊਸ ਕਰਦੇ ਹਾਂ ਇਨ ਦਾ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ। ਸਰਕਲ ਲਾਈਨ ਮੀਨਸ ਥੋੜੀ ਮੋਟੀ ਲਾਈਨ, ਅਸੀਂ ਕੱਪੜੇ ਦੇ ਵਿੱਚ ਸਰਕਲ ਲਾਈਨ ਕ੍ਰੀਏਟ ਕਰਦੇ ਹਾਂ। ਲਾਈਨ ਕੱਪੜੇ ਦੇ ਵਿੱਚ ਫਾਰਮ ਹੁੰਦੀ ਹੈ ਇਨ ਦੀ ਹੌਰੀਜ਼ੌਂਟਲ ਡਾਇਰੈਕਸ਼ਨ ਵਿੱਚ। The number of face pick can varied according to requirement। ਇਸ particular design ਦੇ ਵਿੱਚ ਅਸੀਂ number of face pick we can vary according to our requirement। ਹੁਣ ਜਿਸ ਤਰ੍ਹਾਂ ਤੁਸੀਂ ਇਹ ਲੈਫਟ ਸਾਈਡ ਤੇ ਡਿਜ਼ਾਈਨ ਦੇਖ ਪਾ ਰਹੇ ਹੋ, ਤੁਹਾਨੂੰ ਦੱਸਿਆ ਗਿਆ ਸੀ ਕਿ ਵੈਲਡ ਸਟਰਕਚਰ ਦੇ ਵਿੱਚ ਹਮੇਸ਼ਾ ਜਿਹੜੇ ਐਂਡ ਹੈ ਉਹ 6 ਹੀ ਰਹਿਣਗੇ ਤੇ ਜਿਹੜੀਆਂ ਪਿਕਸ ਅਸੀਂ ਇੰਟਰੋਡਿਊਸ ਕਰ ਰਹੇ ਹਾਂ that can vary in even number। ਇਹ ਪਿਕਸ ਅਸੀਂ ਇੱਥੇ ਇੰਟਰੋਡਿਊਸ ਕਰ ਰਹੇ ਹਾਂ ਤੇ ਨੰਬਰ ਆਫ ਐਂਡ ਇਹ ਦੇਖੋ ਹਮੇਸ਼ਾ ਹੀ 6 ਹੀ ਨੇ।
ਹੁਣ एंड ਦੀ ਤੁਸੀਂ ਰੇਸ਼ੋ ਦੇਖ ਲਓ, ਵਾਰ ਕਿਸ ਰੇਸ਼ੋ ਚ ਲਿਆ ਗਿਆ। F means face end, S means stitching end। so face ਤੇ stitching end ਦੀ ਜਿਹੜੀ ਰੇਸ਼ੋ ਲਈ ਗਈ ਹੈ that is 2:1 means 2 face 1 stitching। ਇਹ ਇੱਧਰ ਮਿਲ ਜਾਏਗਾ 2 face 1 stitching। ਪਹਿਲਾ ਸਟਾਰਟ ਕਿਸ ਤਰ੍ਹਾਂ ਕੀਤਾ ਗਿਆ, face stitching 2 face 1 stitching then face। so all over ਅਸੀਂ ਕਵਾਂਗੇ ਕਿ ਇਸ ਦੇ ਵਾਰ ਦੇ ਵਿੱਚ ਜਿਹੜੀ ਵਾਰ ਦੀ ਰੇਸ਼ੋ ਲਈ ਗਈ ਹੈ ਉਹ ਹੈ 2 face 1 stitching, 2 face ਦੇ ਧਾਗੇ ਇੱਕ ਸਟਿਚਿੰਗ ਦਾ ਧਾਗਾ। ਹੁਣ ਜਿੱਥੇ ਜਿੱਥੇ ਫੇਸ ਦੇ ਧਾਗੇ ਨੇ ਉੱਥੇ ਤੁਸੀਂ ਪਲੇਨ ਵੀ ਭਰ ਦਿਓ, ਅਪ ਡਾਊਨ ਅਪ ਡਾਊਨ ਅਪ ਡਾਊਨ। ਸੈਕੰਡ ਫੇਸ ਦਾ ਧਾਗਾ ਡਾਊਨ ਅਪ ਡਾਊਨ ਅਪ ਡਾਊਨ ਅਪ। ਨੈਕਸਟ ਫੇਸ ਦਾ ਧਾਗਾ ਅਪ ਡਾਊਨ ਅਪ ਡਾਊਨ ਅਪ ਡਾਊਨ ਦੈਨ ਡਾਊਨ ਅਪ ਡਾਊਨ ਅਪ ਡਾਊਨ ਅਪ। ਠੀਕ ਹੈ, ਇਹ ਸੀ ਇਹਦਾ ਪਹਿਲਾ ਸਟੈਪ। ਹੁਣ ਸੈਕੰਡ ਰਾਈਟ ਸਾਈਡ ਦੇ ਦੂਜੇ 2 ਨੰਬਰ ਸਟੈਪ ਤੇ ਦੇਖੋ ਕੀ ਕੀਤਾ, ਅਸੀਂ ਜਿੰਨੇ ਵੀ ਫੇਸ ਸਟਿਚਿੰਗ ਦੇ ਧਾਗੇ ਨੇ ਉਹਨਾਂ ਨੂੰ 5 ਨੰਬਰ ਤੇ 6 ਨੰਬਰ ਪਿਕ ਤੇ ਰੇਜ਼ ਕਰਤਾ ਹੈ। ਸੈਕੰਡ ਸਟਿਚਿੰਗ ਦਾ ਧਾਗਾ ਵੀ ਅਸੀਂ 5 ਨੰਬਰ ਤੇ 6 ਨੰਬਰ ਪਿਕ ਤੇ ਰੇਜ਼ ਕਰਤਾ ਹੈ। ਹੁਣ ਤੁਸੀਂ ਅਗਰ ਇਸ ਡਿਜ਼ਾਈਨ ਨੂੰ ਜ਼ਰਾ ਧਿਆਨ ਨਾਲ ਦੇਖੋਗੇ ਤੇ ਇਹ 'ਚ ਮੈਕਸਿਮਮ ਪ੍ਰੋਮੀਨੈਂਸੀ ਦੇਖੋ ਵੈਫਟ ਦੀ ਹੈ। ਖਾਲੀ ਇੰਡੀਕੇਟ, खाली बॉक्स की इंडिकेट करता है, वेफ्ट अप एंड फिलिंग इंडिकेट वार्प अप। ठीक है, ਇਹ ਦੇਖੋ ਕੱਪੜੇ ਦੇ ਵਿੱਚ ਜਿਹੜੀ ਮੈਕਸਿਮਮ ਪ੍ਰੋਮੀਨੈਂਸ ਜਿਹੜੀ ਲਾਈਨ ਬਣਦੀ ਪਈ ਹੈ ਇਨ ਵੈਫਟ ਡਾਇਰੈਕਸ਼ਨ ਦੇ ਵਿੱਚ ਬਣਦੀ ਪਈ ਹੈ, ਇਹ ਖਾਲੀ ਇੰਡੀਕੇਟ ਇਹ ਵੈਫਟ ਦੀ ਪ੍ਰੋਮੀਨੈਂਸੀ ਹੈ। ਸੋ ਇਸ ਤਰ੍ਹਾਂ ਇਹ ਵਾਲਾ ਜਿਹੜਾ ਸਾਡਾ ਡਿਜ਼ਾਈਨ ਹੈ ਕੱਪੜੇ ਦੇ ਵਿੱਚ ਵੈਫਟ ਵਾਈਜ਼ ਲਾਈਨ ਕ੍ਰੀਏਟ ਕਰੇਗਾ, ਹੌਰੀਜ਼ੌਂਟਲ ਲਾਈਨ ਕ੍ਰੀਏਟ ਕਰੇਗਾ ਟੂ ਫਾਰਮ ਦਾ ਸਰਕਲ ਲਾਈਨ, ਕੱਪੜੇ 'ਚ ਮੋਟੀ ਲਾਈਨ ਕ੍ਰੀਏਟ ਕਰੇਗਾ। ਠੀਕ ਹੈ, ਇਹ ਰਾਈਟ ਸਾਈਡ ਤੇ ਇਹਦਾ ਕ੍ਰਾਸ ਸੈਕਸ਼ਨ ਹੈ ਕਿ ਕਿਸ ਤਰ੍ਹਾਂ ਸਾਡਾ ਵਾਰਪ ਤੇ ਵੈਫਟ ਆਪਸ ਚ ਇੰਟਰਲੇਸ ਹੋਏ ਰਹੇ ਨੇ। ਸਟਿਚਿੰਗ ਦਾ ਧਾਗਾ, ਸਟਿਚਿੰਗ ਦੀ ਇੰਟਰਸੈਕਸ਼ਨ ਇਹ ਦੱਸਦਾ ਪਿਆ, ਸਟਿਚਿੰਗ ਦਾ ਕ੍ਰਾਸ ਸੈਕਸ਼ਨ। ਇਹ ਦੇਖੋ ਗਰਾਊਂਡ ਦੇ ਵਿੱਚ ਅਸੀਂ ਪਲੇਨ ਵੀ ਲਈ ਹੈ। ਠੀਕ ਹੈ, ਇਹ ਗਰਾਊਂਡ ਦੇ ਵਿੱਚ ਅਸੀਂ ਪਲੇਨ ਵੀ ਭਰਤੀ ਹੈ। ਹੁਣ ਸਟਿਚਿੰਗ ਦਾ ਧਾਗਾ ਕਿਸ ਤਰ੍ਹਾਂ ਕਰਦਾ ਪਿਆ, ਸਟਿਚਿੰਗ ਦਾ ਧਾਗਾ ਪਹਿਲੇ 4 ਵੈਫਟ ਦੇ ਨੀਚੋਂ ਤੇ 5ਵੇਂ 6ਵੇਂ ਵੈਫਟ ਦੇ ਉੱਤੋਂ ਜਾ ਰਿਹਾ। ਇਹ ਦੇਖੋ ਇਹ ਮੋਟਾ ਜਿਹੜਾ ਇਹ ਹੈਗਾ ਇਹ ਸਾਡਾ ਸਟਿਚਿੰਗ ਦਾ ਧਾਗਾ। ਇਹ ਦੇਖੋ ਇਹ 4 ਵੈਫਟ ਦੇ ਨੀਚੋਂ ਤੇ ਉਸ ਤੋਂ ਬਾਅਦ 5ਵੇਂ 6ਵੇਂ ਦੇ ਉੱਤੋਂ ਜਾ ਰਿਹਾ। ਇਹ ਰਿਪੀਟ ਪਿਛਲੀ ਹੋਈ ਚੱਲਦੀ ਵੀ ਸੀ। ਇਹ ਸਟਿਚਿੰਗ ਦੇ ਧਾਗੇ ਦੀ ਇੰਟਰਲੇਸਮੈਂਟ ਦੱਸੀ ਦੀ ਹੈ ਇਨ ਵਾਰਪ ਵੇ ਕਿ ਕਿਸ ਤਰ੍ਹਾਂ ਸਟਿਚਿੰਗ ਦਾ ਧਾਗਾ ਵੈਫਟ ਦੇ ਨਾਲ ਇੰਟਰਲੇਸ ਹੋ ਰਿਹਾ। 4 ਵੈਫਟ ਦੇ ਨੀਚੋਂ ਜਾ ਰਿਹਾ, 5ਵੇਂ 6ਵੇਂ ਦੇ ਉੱਤੋਂ ਜਾ ਰਿਹਾ। ਠੀਕ ਹੈ, ਇਹ ਇਸ ਤਰ੍ਹਾਂ ਇਹਦੀ ਹੈ ਇੰਟਰਲੇਸਮੈਂਟ ਪੈਟਰਨ ਸ਼ੋ ਕੀਤਾ ਗਿਆ। ਸੋ ਇਸ ਤਰ੍ਹਾਂ ਸਾਡਾ ਲੂਜ਼ ਬੈਕ ਵੈਲਟ ਸਟਰਕਚਰ ਕੱਪੜੇ ਦੇ ਵਿੱਚ ਕ੍ਰੀਏਟ ਹੋ ਜਾਏਗਾ। ਪਹਿਲੇ ਸਟਰਕਚਰ ਦੇ ਵਿੱਚ ਅਸੀਂ ਕੀ ਹੈ ਜਿੱਥੇ ਫੇਸ ਐਂਡ ਹੈਗੇ ਨੇ ਉੱਥੇ ਪਲੇਨ ਵੀ ਭਰ ਦੇਣੀ। ਸੈਕੰਡ ਸਟੈਪ ਦੇ ਵਿੱਚ ਅਸੀਂ ਸਟਿਚਿੰਗ ਦੇ ਐਂਡਸ ਨੂੰ ਟੌਪ ਤੇ 5ਵੀਂ 6ਵੀਂ ਪਿਕ ਤੇ ਰੇਜ਼ ਕਰ ਦੇਣਾ। ਤਾਂ ਤੁਸੀਂ ਕੱਪੜੇ ਦੇ ਵਿੱਚ ਦੇਖੋਗੇ ਕਿ ਕੱਪੜੇ 'ਚ ਸਰਕਲ ਲਾਈਨ ਫਾਰਮ ਹੋ ਜਾਏਗੀ ਇਨ ਦੀ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ। ਸਾਡੇ ਕੋਲ ਨੈਕਸਟ ਮੈਥਡ ਹੈ ਲੂਜ਼ ਬੈਕ ਵੈਡਡ ਵੈਲਡ ਸਟਰਕਚਰ। ਲੂਜ਼ ਬੈਕ ਵੈਡਡ ਵੈਲਡ ਸਟਰਕਚਰ, ਇਸ ਦੇ ਵਿੱਚ ਉਹ ਕਹਿ ਰਿਹਾ ਇਨ ਵੈਡਡ ਵੈਲਡ ਸਟਰਕਚਰ ਵੈਡਿੰਗ ਪਿਕਸ ਆਰ wedding picks are inserted between plain ends and tight end in weft direction। ਇਸ particular loose back wedded structure ਦੇ ਵਿੱਚ ਕੀ ਹੈ, ਅਸੀਂ ਜਿਹੜਾ ਪਿਛਲਾ ਨਾਰਮਲ ਡਿਜ਼ਾਈਨ ਬਣਾਉਂਦੇ ਪਏ ਸੀ ਇਸ ਤਰ੍ਹਾਂ, ਇਹ ਸਾਡਾ ਨਾਰਮਲ ਡਿਜ਼ਾਈਨ ਸੀ ਜਿਸ ਤਰ੍ਹਾਂ ਇਹ ਪਿਛਲਾ 1 ਨੰਬਰ ਸਟੈਪ ਸੀ। ਸੇਮ ਡਿਜ਼ਾਈਨ ਹੈ, ਫੇਸ ਸਟਿਚਿੰਗ 2 ਫੇਸ 1 ਸਟਿਚਿੰਗ ਦੈਨ 1 ਫੇਸ। ਫੇਸ ਦੇ ਜਿੰਨੇ ਧਾਗੇ ਸੀ ਅਸੀਂ ਉੱਥੇ ਪਲੇਨ ਵੀ ਭਰ ਦਿੰਦੇ ਸੀ। ਸੈਕੰਡ ਸਟੈਪ ਦੇ ਵਿੱਚ ਅਸੀਂ ਸਟਿਚਿੰਗ ਦੇ ਧਾਗਿਆਂ ਨੂੰ 5ਵੀਂ 6ਵੀਂ ਪਿਕ ਤੇ ਰੇਜ਼ ਕਰ ਦਿੰਦੇ ਸੀ। ਇਹ ਸੇਮ ਡਿਜ਼ਾਈਨ ਪਿਛਲੇ ਵਾਲਾ, ਬਟ ਇਹਦੇ ਵਿੱਚ ਕਹਿ ਰਿਹਾ ਹੈ ਕਿ ਅਸੀਂ ਇਹ ਜਿਹੜੀਆਂ ਨਾਰਮਲ ਪਿਕਸ ਅਸੀਂ ਇੰਟਰੋਡਿਊਸ ਕਰ ਰਹੇ ਇਹਨਾਂ ਦੇ ਵਿੱਚ ਅਸੀਂ ਕੀ ਹੈ 2 ਵੈਡਿੰਗ ਦੀ ਪਿਕਸ ਵੀ ਇੰਟਰੋਡਿਊਸ ਕਰ ਦਨੇ। ਇਹ ਵੈਡਿੰਗ ਪਿਕਸ ਹੈ, 2 ਵੈਡਿੰਗ ਦੀਆਂ ਪਿਕਸ ਵੀ ਐਕਸਟਰਾ ਇੰਟਰੋਡਿਊਸ ਕਰ ਦਨੇ। ਇੱਕ ਗੱਲ ਦਾ ਧਿਆਨ ਰੱਖੋ ਕਿ ਇਹ ਜਿਹੜਾ ਵੈਡਿੰਗ ਦਾ ਧਾਗਾ ਅਸੀਂ ਕੱਪੜੇ ਦੇ ਵਿੱਚ ਇਨ ਵੈਫਟ ਡਾਇਰੈਕਸ਼ਨ ਦੇ ਵਿੱਚ ਇੰਟਰੋਡਿਊਸ ਕਰਨ ਜਾ ਰਹੇ ਹਾਂ, ਇਹ ਵਾਲਾ ਧਾਗਾ ਸਾਡਾ ਥੋੜਾ ਕੋਰਸ ਧਾਗਾ ਹੁੰਦਾ ਹੈ, ਮੋਟਾ ਧਾਗਾ ਹੁੰਦਾ ਹੈ, ਰਫ ਕੁਆਲਿਟੀ ਦਾ ਧਾਗਾ ਹੁੰਦਾ ਹੈ। ਠੀਕ ਹੈ, ਇਸ ਦਾ ਕੱਪੜੇ ਦੇ ਵਿੱਚ ਮੇਨ ਇਨਸਰਟ ਕਰਨ ਦਾ ਮੇਨ ਪਰਪਸ ਹੁੰਦਾ ਹੈ ਟੂ ਇਨਕਰੀਜ਼ ਦਾ ਪ੍ਰੋਮੀਨੈਂਸੀ ਆਫ ਦਾ
ਸਰਕਲ ਲਾਈਨ ਔਰ ਤਾਂ ਜਿਹੜੀ ਅਸੀਂ ਕੱਪੜੇ ਦੇ ਵਿੱਚ ਜਿਹੜੀ ਲਾਈਨ ਬਣਾ ਰਹੇ ਹਾਂ ਇਨ ਦਾ ਹੌਰੀਜ਼ੌਂਟਲ ਡਾਇਰੈਕਸ਼ਨ, ਇਹ ਉਸਦੀ ਪ੍ਰੋਮੀਨੈਂਸੀ ਨੂੰ ਇਨਕਰੀਜ਼ ਕਰਦਾ ਹੈ, ਉਸਦੀ ਪ੍ਰੋਮੀਨੈਂਸੀ ਨੂੰ ਵਧਾਉਂਦਾ ਹੈ। ਤੇ ਨਾਲ ਹੀ ਇਹ ਜਿਹੜਾ ਸਾਡਾ ਵੈਡਡ ਧਾਗਾ ਹੁੰਦਾ ਹੈ, ਇਹ ਸਾਡਾ ਥੋੜਾ ਮੋਟੀ ਕੁਆਲਿਟੀ ਦਾ ਧਾਗਾ ਹੁੰਦਾ ਹੈ, ਕੋਰਸ ਧਾਗਾ ਹੁੰਦਾ ਹੈ। ਤੇ ਇਸ ਦਾ ਮੇਨ ਕੰਮ ਅਸੀਂ ਵੈਫਟ ਦੇ ਵਿੱਚ ਇੰਟਰੋਡਿਊਸ ਕਰਨ ਦਾ ਕੀ ਹੈ, ਟੂ ਇਨਕਰੀਜ਼ ਦਾ ਪ੍ਰੋਮੀਨੈਂਸੀ ਆਫ ਦਾ ਕੋਡ, ਟੂ ਇਨਕਰੀਜ਼ ਦਾ ਪ੍ਰੋਮੀਨੈਂਸੀ ਆਫ ਦਾ ਕੋਡ। ਇਹੀ ਉਹ ਉਸਦੀ ਸੈਕੰਡ ਲਾਈਨ ਦੇ ਵਿੱਚ ਕਹਿ ਰਿਹਾ, ਇਸ ਦਾ ਮੇਨ ਪਰਪਸ ਕੀ ਹੈ, ਟੂ ਇਨਕਰੀਜ਼ ਦਾ ਪ੍ਰੋਮੀਨੈਂਸੀ ਆਫ ਦਾ ਕੋਡ ਐਂਡ ਟੂ ਮੇਕ ਦਾ ਕਲੌਥ ਹੈਵੀਅਰ। ਕਿਉਂਕਿ ਇਹ ਧਾਗਾ ਜਿਹੜਾ ਇਹ ਵੈਫਟ ਦਾ, ਇਹ ਜਿਹੜਾ ਵੈਡਿੰਗ ਦਾ ਧਾਗਾ ਹੈ, ਇਹ ਸਾਡਾ ਮੋਟਾ ਧਾਗਾ ਹੁੰਦਾ ਹੈ, ਇਸ ਨੂੰ ਅਸੀਂ ਵੈਫਟ ਵਾਈਜ਼ ਕੱਪੜੇ ਦੇ ਵਿੱਚ ਇੰਟਰੋਡਿਊਸ ਕਰਦੇ ਹਾਂ। ਠੀਕ ਹੈ, ਮੋਟਾ ਹੁੰਦੇ ਨਾਲ ਕੀ ਇੱਕ ਤਾਂ ਇਹ ਜਿਹੜੀ ਲਾਈਨ ਹੌਰੀਜ਼ੌਂਟਲ ਬਣਦੀ ਪਈ ਉਸਦੀ ਪ੍ਰੋਮੀਨੈਂਸੀ ਨੂੰ ਇਨਕਰੀਜ਼ ਕਰ ਦਿੰਦਾ ਹੈ, ਨਾਲ ਹੀ ਕੱਪੜੇ ਦਾ ਉਸਦੇ ਨਾਲ ਕੀ ਹੈ weight ਵੀ ਵੱਧ ਜਾਂਦਾ ਹੈ। ਇਹ ਸਾਡੀ ਕਹਿ ਲਓ ਕਿ ਇੱਕ ਤਰ੍ਹਾਂ ਦੀ ਐਕਸਟਰਾ ਪਿਕ ਅਸੀਂ ਕੱਪੜੇ ਦੇ ਵਿੱਚ ਇੰਟਰੋਡਿਊਸ ਕਰਦੇ ਪਏ ਹਾਂ, ਐਕਸਟਰਾ ਪਿਕ। ਇਹਦਾ ਮੇਨ ਕੰਮ ਹੈ ਟੂ ਇਨਕਰੀਜ਼ ਦਾ ਪ੍ਰੋਮੀਨੈਂਸੀ ਆਫ ਦਾ ਕੋਡ ਐਂਡ ਟੂ ਮੇਕ ਦਾ ਕਲੌਥ ਹੈਵੀਅਰ। ਵੈਡਿੰਗ ਪਿਕਸ ਆਰ ਕੋਰਸਰ ਐਂਡ ਇਨਸਰਟਿਡ ਇਨ ਪੇਅਰ। ਤੁਹਾਨੂੰ ਆਲਰੇਡੀ ਦੱਸਿਆ ਕਿ ਇਹ ਜਿਹੜਾ ਵੈਡਿੰਗ ਦਾ ਧਾਗਾ ਮੋਟਾ ਹੁੰਦਾ ਹੈ, ਸੋ ਵੈਡਿੰਗ ਪਿਕਸ ਆਰ ਕੋਰਸਰ ਐਂਡ ਇਨਸਰਟਿਡ ਇਨ ਪੇਅਰ, ਤੇ ਇਸ ਨੂੰ ਕੱਪੜੇ ਦੇ ਵਿੱਚ ਇਨ ਪੇਅਰ, ਪੇਅਰ ਮੀਨਸ ਆ ਈਵਨ ਨੰਬਰ ਦੇ ਵਿੱਚ ਹੁੰਦੇ ਨੇ। ਇਹ ਦੇਖੋ ਕੱਪੜੇ ਚ ਵਿੱਚ ਇਹਦੀਆਂ ਦੋ ਪਿਕਸ ਇੰਟਰੋਡਿਊਸ ਕੀਤੀਆਂ ਜਾਂਦੀਆਂ। wedding pics are the wedding pics are inserted as extra pic। ਇਹ ਜਿਹੜੀ wedding pic ਹੈ ਇਹ ਕੱਪੜੇ ਦੇ ਵਿੱਚ ਅਸੀਂ ਇੰਟਰੋਡਿਊਸ ਕਰਦੇ ਹਾਂ, ਇਹਦਾ ਕੋਈ ਰੋਲ ਨਹੀਂ ਹੁੰਦਾ ਕੱਪੜੇ ਵਿੱਚ। ਠੀਕ ਹੈ, ਇਹ ਅਸੀਂ ਐਜ਼ ਏ ਐਕਸਟਰਾ ਪਿਕ ਕੱਪੜੇ ਦੇ ਵਿੱਚ ਇਨਸਰਟ ਕਰਦੇ ਹਾਂ ਐਂਡ ਟੇਕ ਅ ਮੋਸ਼ਨ ਰਿਮੇਨ ਇਨ ਆਪਰੇਟਿਵ ਔਨ wedding pic। ਟੇਕ ਅ ਮੋਸ਼ਨ ਰਿਮੇਨ ਇਨ ਆਪਰੇਟਿਵ ਔਨ wedding pic। ਸਾਡਾ ਜਿਹੜਾ ਟੇਕ ਅ ਮੋਸ਼ਨ ਹੈ ਉਹ ਇਨ ਆਪਰੇਟਿਵ ਰਹਿੰਦਾ ਹੈ, ਉਹ ਚੱਲਦਾ ਹੀ ਨਹੀਂ। ਜਦੋਂ ਮੰਨ ਲਓ ਅਵਾਰਮੈਂਟ ਵੈਫਟ ਦੀ ਇੰਟਰਲੇਸਮੈਂਟ ਹੁੰਦੀ ਹੈ, ਸਾਡਾ ਲੈਟਅਪ ਵੀ ਚੱਲਦਾ ਹੈ ਤੇ ਟੇਕਅਪ ਵੀ ਨਾਲ ਨਾਲ ਚੱਲਦਾ ਰਹਿੰਦਾ ਹੈ। ਠੀਕ ਹੈ, ਜੋ ਕੱਪੜਾ ਬਣੀ ਜਾਂਦਾ। ਬਟ ਜਦੋਂ ਵੈਡਿੰਗ ਪਿਕਸ ਕੱਪੜੇ ਦੇ ਵਿੱਚ ਇੰਟਰੋਡਿਊਸ ਹੁੰਦੀ ਹੈ, ਉਸ ਟਾਈਮ ਤੇ ਸਾਡਾ ਜਿਹੜਾ ਟੇਕਅਪ ਮੋਸ਼ਨ ਹੈ ਉਹ ਮੂਵ ਨਹੀਂ ਕਰਦਾ, ਉਹ ਖੜਾ ਰਹਿੰਦਾ ਹੈ। ਉਹ ਬਸ ਜਿਹੜੀਆਂ ਦੂਸਰੀਆਂ ਪਿਕਸ ਇੰਟਰੋਡਿਊਸ ਕਰਦੀਆਂ, ਜਿਹੜੀ ਅਸੀਂ 6 ਪਿਕਸ ਕੱਪੜੇ ਦੇ ਵਿੱਚ ਇੰਟਰੋਡਿਊਸ ਕਰ ਰਹੇ ਹਾਂ ਇਹ ਵਾਲੀਆਂ, ਉਹਨਾਂ ਤੇ ਸਾਡਾ ਟੇਕਅਪ ਮੋਸ਼ਨ ਕੰਮ ਕਰੇਗਾ। ਬਟ ਜਦੋਂ ਇਹ ਵਾਲੀਆਂ ਦੋ ਪਿਕਸ ਵੈਡਿੰਗ ਦੇ ਕੱਪੜੇ ਦੇ ਵਿੱਚ ਇੰਟਰੋਡਿਊਸ ਹੋਣਗੀਆਂ, ਉਸ ਵੇਲੇ ਸਾਡਾ ਟੇਕਅਪ ਮੋਸ਼ਨ ਸਟਾਪ ਰਹੇਗਾ, ਇਨ ਆਪਰੇਟਿਵ ਰਹੇਗਾ। ਠੀਕ ਹੈ, ਇਹਦਾ ਬਸ ਮੇਨ ਕੰਮ ਹੈ, ਇਹ ਕੀ ਹੈ ਕੱਪੜੇ ਦੇ ਉੱਤੇ ਦਿਖਾਈ ਨਹੀਂ ਦੇਗਾ, ਬਟ ਇਹ ਕੱਪੜੇ ਦੇ ਵਿੱਚ ਰਹਿ ਕੇ ਉਸ ਜਿਹੜੀ ਕੱਪੜੇ ਦੇ ਸਰਫੇਸ ਦੇ ਉੱਤੇ ਜਿਹੜੀ ਕੌਰਡ ਫਾਰਮੇਸ਼ਨ ਹੋ ਰਹੀ ਹੈ ਉਸ ਦੀ ਪ੍ਰੋਮੀਨੈਂਸੀ ਨੂੰ ਇਨਕਰੀਜ਼ ਕਰੇਗਾ। ਇਸ ਦਾ ਬਸ ਇਹੀ ਮੇਨ ਰੋਲ ਹੈ। ਸੋ ਅਸੀਂ ਫਰਦਰ ਦੇਖਾਂਗੇ ਇਸ ਨੂੰ ਅਸੀਂ ਗ੍ਰਾਫ ਦੇ ਉੱਤੇ ਕੰਸਟਰਕਟ ਕਿਸ ਤਰ੍ਹਾਂ ਕਰਾਂਗੇ। ਸਾਡਾ ਇਹ ਪਹਿਲੇ ਵਾਲਾ ਡਿਜ਼ਾਈਨ ਹੀ ਹੈ, ਉਸੇ ਤਰ੍ਹਾਂ ਹੀ ਅਸੀਂ ਵਾਰ ਦੇ ਵਿੱਚ ਸੇਮ ਰੇਸ਼ੋ ਲੈ ਲੈਣੀ ਹੈ, ਫੇਸ ਐਂਡ ਸਟਿਚਿੰਗ ਐਂਡ ਟੂ ਫੇਸ, ਵਨ ਸਟਿਚਿੰਗ ਦੈਨ ਵਨ ਫੇਸ। ਫੇਸ ਦੇ ਧਾਗੇ ਤੇ ਤੁਸੀਂ ਸਟੈਪ ਨੰਬਰ 1 ਤੇ ਅਸੀਂ ਉਸੇ ਤਰ੍ਹਾਂ ਹੀ ਪਲੇਨ ਵੀ ਭਰ ਦੇਣੀ ਹੈ। ਸੈਕਿੰਡ ਸਟੈਪ ਤੇ ਉਸੇ ਤਰ੍ਹਾਂ ਹੀ ਸਟਿਚਿੰਗ ਦੇ ਧਾਗੇ ਤੁਸੀਂ 5ਵੀਂ 6ਵੀਂ ਪਿਕਸ ਤੇ ਰੇਜ਼ ਕਰ ਦੇਣੇ, ਸੇਮ ਪਿਛਲਾ ਡਿਜ਼ਾਈਨ। ਥਰਡ ਸਟੈਪ ਦੇ ਵਿੱਚ ਕੀ ਹੈ, ਤੁਸੀਂ ਆਫਟਰ 2 ਪਿਕਸ ਤੁਸੀਂ ਇਹ ਦੋ ਵੈਡਿੰਗ ਦੇ ਧਾਗੇ ਇੰਟਰੋਡਿਊਸ ਕਰ ਦੇਣੇ ਕੱਪੜੇ ਦੇ ਵਿੱਚ। ਦਿਸ ਇਜ਼ ਯੋਰ ਵੈਡਿੰਗ ਪਿਕਸ। ਇਹ ਅਸੀਂ ਇਹ ਦੋ ਵੈਡਿੰਗ ਪਿਕਸ ਇੱਥੇ ਇੰਟਰੋਡਿਊਸ ਕਰਨੀ ਹੈ। ਜਦੋਂ ਅਸੀਂ ਇਹ ਕੱਪੜੇ ਦੇ ਵਿੱਚ, ਇਹ ਦੇਖੋ ਇਹ ਦੋ ਵੈਡਿੰਗ ਪਿਕਸ ਅਸੀਂ ਕੱਪੜੇ ਦੇ ਵਿੱਚ ਇੰਟਰੋਡਿਊਸ ਕਰਤੀਆਂ। ਜਦੋਂ ਅਸੀਂ ਕੱਪੜੇ ਦੇ ਵਿੱਚ ਵੈਡਿੰਗ ਪਿਕਸ ਇੰਟਰੋਡਿਊਸ ਕਰਤੀਆਂ ਤਾਂ ਜਿਹੜੇ ਸਾਡੇ ਇਹ ਵਾਲੇ ਫੇਸ ਦੇ ਧਾਗੇ ਸੀ, ਇਹ ਵਾਲਾ ਇਹ ਫੇਸ ਦਾ ਧਾਗਾ ਹੈ, ਇਸ ਨੂੰ ਅਸੀਂ ਪਲੇਨ ਆਰਡਰ ਦੇ ਵਿੱਚ ਇੰਟਰੋਡਿਊਸ ਕਰਦੇ ਸੀ, 1 ਅਪ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ। ਪਲੇਨ ਵੀ ਉਸੇ ਤਰ੍ਹਾਂ ਹੀ ਹੈ, ਸਟਿਚਿੰਗ ਦੇ ਧਾਗੇ ਉਸੇ ਤਰ੍ਹਾਂ ਹੀ ਲਾਸਟ ਐਂਡ ਤੇ ਰੇਜ਼ ਕੀਤੇ ਦੇ ਨੇ। ਨਾਲ ਹੀ ਜਿਹੜੇ ਇਹ ਵਾਲੇ ਸਾਡੇ ਫੇਸ ਦੇ ਧਾਗੇ ਸੀ, ਇਸ ਨੂੰ ਵੀ ਵੈਡਿੰਗ ਪਿਕਸ ਤੇ ਰੇਜ਼ ਕਰ ਦੇਣਾ ਹੈ, ਇਸ ਨੂੰ ਵੀ ਵੈਡਿੰਗ ਪਿਕਸ ਤੇ ਫਿਲਿੰਗ ਇੰਡੀਕੇਟ ਵਾਰਪ ਅਪ। ਸੋ ਗਰਾਊਂਡ ਦੇ ਵਿੱਚ ਕੀ ਹੈ, ਵੈਡਿੰਗ ਨੂੰ ਛੱਡ ਕੇ ਅਸੀਂ ਬਾਕੀ ਧਾਗਿਆਂ 'ਚ ਉਸੇ ਤਰ੍ਹਾਂ ਹੀ ਪਲੇਨ ਵੀ ਭਰੀ ਦੀ ਹੈ। ਬਟ ਅਸੀਂ ਆਫਟਰ 2 ਪਿਕਸ ਇਹ ਦੋ ਵੈਡਿੰਗ ਦੇ ਧਾਗੇ ਇੰਟਰੋਡਿਊਸ ਕਰਦੇ। ਵੈਡਿੰਗ ਦੇ ਧਾਗੇ ਇੰਟਰੋਡਿਊਸ ਕਰਨ ਤੋਂ ਬਾਅਦ ਜਿਹੜੇ ਸਾਡੇ ਫੇਸ ਦੇ ਧਾਗੇ ਨੇ ਉਹ ਵੀ ਤੁਸੀਂ ਇਸ ਵੈਡਿੰਗ ਪਿਕਸ ਦੇ ਉੱਤੇ ਰੇਜ਼ ਕਰ ਦੇਣੇ। ਇਹ ਦੇਖੋ ਇਹ ਰੇਜ਼ ਕੀਤੇ ਨੇ ਇਨ ਪੇਅਰ ਦੇ ਵਿੱਚ। ਜਦੋਂ ਅਸੀਂ ਡਿਜ਼ਾਈਨ ਦੇ ਵਿੱਚ ਆਫਟਰ 2 ਪਿਕ ਇਹ ਵੈਡਿੰਗ ਦੇ ਧਾਗੇ ਇੰਟਰੋਡਿਊਸ ਕੀਤੇ ਤਾਂ ਉਸ ਵੇਲੇ ਤੁਸੀਂ ਜਿਹੜੇ ਫੇਸ ਦੇ ਧਾਗੇ ਨੇ ਉਹ ਵੀ ਉਸ ਵੈਡਿੰਗ ਪਿਕ ਤੇ ਰੇਜ਼ ਕਰ ਦੇਣੇ। ਬਟ ਜਿਹੜੇ ਸਟਿਚਿੰਗ ਦੇ ਧਾਗੇ ਨੇ ਉਹ ਵੈਡਿੰਗ ਪਿਕਸ ਤੇ ਉੱਤੋਂ ਜਾਣਗੇ। ਇਹ ਦੇਖੋ
ਸਟਿਚਿੰਗ ਦੇ ਇਹ ਦੇਖੋ ਜਿਹੜੇ ਸਾਡੇ ਫੇਸ ਐਂਡ ਹੈਗੇ ਨੇ ਉਹ ਵੀ ਅਸੀਂ ਵੈਡਿੰਗ ਪਿਕਸ ਤੇ ਰੇਜ਼ ਕਰਤੇ ਨੇ, ਬਟ ਸਟਿਚਿੰਗ ਦੇ ਧਾਗੇ ਡਾਊਨ ਹੀ ਰੱਖੇ ਨੇ, ਸਟਿਚਿੰਗ ਦੇ ਧਾਗੇ ਡਾਊਨ ਹੀ ਰੱਖੇ ਨੇ। ਹੁਣ ਇਹਦਾ ਕ੍ਰੋਸ ਸੈਕਸ਼ਨ ਦੇਖੋ ਕਿਸ ਤਰ੍ਹਾਂ ਹੈ। ਹੁਣ ਜਿਹੜਾ ਇਹ ਦੇਖੋ ਜਿਹੜਾ ਸਟਿਚਿੰਗ ਦਾ ਧਾਗਾ ਹੈ ਉਹ 4 ਪਿਕਸ ਦੇ ਨੀਚੋਂ, ਇਹ 4 ਪਿਕਸ ਹੈ, 1 2 1 2 3 4, सेम पिछला डिजाइन है। क्रॉस सेक्शन देखो, वार्प क्रॉस सेक्शन, स्टिचिंग ਦਾ ਧਾਗਾ 4 ਪਿਕਸ ਦੇ ਨੀਚੋਂ ਤੇ 2 ਪਿਕਸ ਦੇ ਉੱਤੋਂ ਜਾ ਰਿਹਾ, ਪਰ ਨਾਲ ਹੀ ਇਹ ਦੋ ਡਾਟ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਹੈਗੇ ਨੇ ਵੈਡਿੰਗ ਪਿਕਸ ਦੇ। ਵੈਡਿੰਗ ਪਿਕਸ ਵੈਡਿੰਗ ਪਿਕਸ ਤੇ ਵੀ ਉਹ ਨੀਚੋਂ ਹੀ ਜਾ ਰਿਹਾ। ਦੇਖੋ ਵੈਡਿੰਗ ਪਿਕਸ ਤੇ ਇਹ ਵਾਲਾ ਸਟਿਚਿੰਗ ਦਾ ਧਾਗਾ, ਇਹ ਤੁਹਾਡਾ ਸਟਿਚਿੰਗ ਦਾ ਧਾਗਾ ਆ, ਇਹ ਵਾਲੀ 4 ਪਿਕਸ ਦੇ ਨੀਚੋਂ ਤੇ ਜਾਏਗਾ प्लस 2 ਇਹ ਵੈਡਿੰਗ ਪਿਕਸ ਦੇ ਨੀਚੋਂ ਵੀ ਜਾਏਗਾ। ਇਹੀ ਉਹ ਕਹਿ ਰਹੇ 4 ਨॉर्मल ਪਿਕਸ ਦੇ ਨੀਚੋਂ प्लस 2 ਵੈਡਿੰਗ ਪਿਕਸ ਦੇ ਨੀਚੋਂ ਵੀ ਜਾਏਗਾ। ਵੈਡਿੰਗ ਪਿਕਸ ਇਹ ਅਸੀਂ ਐਜ਼ ਏ ਇੰਟਰੋਡਿਊਸ ਕਰ ਰਹੇ ਹਾਂ। ਤੁਹਾਨੂੰ ਦੱਸਿਆ ਕਿ ਵੈਡਿੰਗ ਪਿਕਸ ਦੇ ਟਾਈਮ ਤੇ ਸਾਡਾ ਜਿਹੜਾ ਟੇਕਓ ਮੋਸ਼ਨ ਹੈ ਉਹ ਇਨਓਪਰੇਟਿਵ ਰਹੇਗਾ। ਇਨਓਪਰੇਟਿਵ ਰਹਿਣ ਦੇ ਕਾਰਨ ਕੀ ਹੋਏਗਾ, ਸਾਡਾ ਜਿਹੜੀ ਇਹ ਨॉर्मल ਪਿਕਸ ਇੰਟਰੋਡਿਊਸ ਹੋ ਰਹੀਆਂ ਇਹੀ ਕੱਪੜੇ ਦੇ ਸਰਫੇਸ ਤੇ ਸਾਨੂੰ ਦਿਖਾਈ ਦੇਣਗੀਆਂ, ਤੇ ਜਿਹੜਾ ਵੈਡਿੰਗ ਦਾ ਧਾਗਾ ਮੋਟਾ ਹੈ ਉਹ ਉਸ ਦੀ ਬੈਕ ਸਾਈਡ ਤੇ ਦੋਨਾਂ ਫੇਸ ਤੇ ਬੈਕ ਤੇ ਯੂ ਕੈਨ ਸੇ ਬਿਟਵੀਨ ਦਾ ਫੇਸ ਐਂਡ ਸਟਿਚਿੰਗ ਦੇ ਵਿੱਚ ਰਹੇਗਾ। ਉਸ ਦੇ ਨਾਲ ਕੀ ਇਹਦਾ ਮੇਨ ਕੰਮ ਹੈ ਕਿ ਇਹਨੇ ਕੱਪੜੇ ਦੇ ਵਿੱਚ ਜਿਹੜੀ ਕੌਰਡ ਜਿਹੜੀ ਹੌਰੀਜ਼ੌਨਟਲ ਲਾਈਨ ਕੱਪੜੇ 'ਚ ਬਣਦੀ ਪਈ ਹੈ ਉਸ ਦੀ ਪ੍ਰੋਮੀਨੈਂਸੀ ਨੂੰ ਇਨਕਰੀਜ਼ ਕਰਨਾ ਹੈ। ਇਹਨੇ ਕੱਪੜੇ ਦੇ ਸਰਫੇਸ ਤੇ ਇੰਨਾ ਦਿਖਾਈ ਨਹੀਂ ਦੇਣਾ। ਇਹਦਾ ਮੇਨ ਪਰਪਸ ਹੈ ਟੂ ਇਨਕਰੀਜ਼ ਦਾ ਪ੍ਰੋਮੀਨੈਂਸੀ ਆਫ ਦਾ ਕੌਰਡ ਐਂਡ ਟੂ ਇਨਕਰੀਜ਼ ਦਾ weight ਆਫ ਦਾ ਫੈਬਰਿਕ, ਜਾਂ ਕੱਪੜੇ ਨੂੰ ਹੈਵੀ ਬਣਾਉਣਾ। ਇਸਨੇ ਕੱਪੜੇ ਤੇ ਦਿਖਾਈ ਨਹੀਂ ਦੇਣਾ, ਠੀਕ ਹੈ। ਇਸ ਕਰਕੇ ਜਿਹੜਾ ਸਾਡਾ ਇਹ ਵਾਲਾ ਸਟਿਚਿੰਗ ਦਾ ਧਾਗਾ ਹੈ ਇਹ 4 ਪਿਕਸ ਦੇ ਨੀਚੇ ਤੋਂ ਜਾਏਗਾ। ਇਹ ਦੇਖੋ 4 ਪਿਕਸ ਦੇ ਨੀਚੋਂ ਜਾ ਰਿਹਾ, ਸੇਮ ਇੱਥੇ ਹੀ ਹੈ ਉਹ 4 ਇਹ ਜਿਹੜੀਆਂ ਪਿਕਸ ਪੈ ਰਹੀਆਂ 1 2 3 4, ਇਹ 4 ਪਿਕਸ ਦੇ ਨੀਚੋਂ ਜਾ ਰਿਹਾ ਤੇ 2 ਪਿਕਸ ਦੇ ਉੱਤੋਂ ਜਾ ਰਿਹਾ, ਸੇਮ ਉਸੇ ਤਰ੍ਹਾਂ ਜੋ ਪਿਛਲਾ ਹੀ ਕੀਤਾ ਸੀ। ਬਟ ਉਹਦੇ ਨਾਲ ਕੀ ਹੈ, ਇਹ ਦੋ ਵੈਡਿੰਗ ਪਿਕਸ ਦੇ ਵੀ ਨੀਚੋਂ ਹੀ ਜਾ ਰਿਹਾ, ਠੀਕ ਹੈ। ਸੋ ਇਹ ਸੀ ਸਾਡਾ ਮੈਥਡ ਆਫ ਕੰਸਟਰਕਸ਼ਨ ਲੂਜ਼ ਬੈਕ ਵੈਡਿਡ ਵੈਲਡ ਸਟਰਕਚਰ। ਲੂਜ਼ ਬੈਕ ਵੈਡਿਡ ਵੈਲਡ ਸਟਰਕਚਰ ਵਿੱਚ ਕੀ ਹੈ, ਅਸੀਂ ਕੱਪੜੇ ਵਿੱਚ 2 ਪਿਕਸ ਵੈਡਿੰਗ ਦੀਆਂ ਇੰਟਰੋਡਿਊਸ ਕਰਦੇ ਹਾਂ ਇਨ ਵੈਬ ਡਾਇਰੈਕਸ਼ਨ, ਜਿਹਦਾ ਮੇਨ ਪਰਪਸ ਹੈ ਟੂ ਇਨਕਰੀਜ਼ ਦਾ ਪ੍ਰੋਮੀਨੈਂਸੀ ਆਫ ਦਾ ਕੌਰਡ ਐਂਡ ਟੂ ਇਨਕਰੀਜ਼ ਦਾ weight ਆਫ ਦਾ ਫੈਬਰਿਕ, or you can say to make the cloth heavier. Next third type है fast back weighted welt structure. Fast back weighted welt structure ਦੇ ਵਿੱਚ ਕੀ ਹੈ, the term fast back is applied to cloth in which the stitching end are interwoven in plain order with all or some wedding picks. Fast back ਅਸੀਂ ਉਸ ਕਲੋਥ ਦੇ ਵਿੱਚ ਅਪਲਾਈ ਕਰਦੇ ਹਾਂ ਜਿਸ 'ਚ ਅਸੀਂ ਸਟਿਚਿੰਗ ਐਂਡ ਨੂੰ ਇੰਟਰਵੂਵਨ ਕਰਦੇ ਹਾਂ ਇਨ ਪਲੇਨ ਆਰਡਰ ਦੇ ਵਿੱਚ ਵਿਦ ਸਮ ਵੈਡਿੰਗ ਪਿਕਸ। ਇਹ ਜ਼ਰਾ ਡਿਜ਼ਾਈਨ ਦੇਖ ਲਓ, ਤੁਹਾਨੂੰ ਇਹ ਜ਼ਿਆਦਾ ਕਲੀਅਰ ਹੋ ਜਾਏਗਾ। ਇਹ ਸਾਡਾ ਸੇਮ ਪਿਛਲਾ ਡਿਜ਼ਾਈਨ ਹੈ, ਸੇਮ ਉਸੇ ਤਰ੍ਹਾਂ ਹੀ ਫੇਸ ਸਟਿਚਿੰਗ 2 ਫੇਸ 1 ਸਟਿਚਿੰਗ ਦੈਨ 1 ਫੇਸ। ਫੇਸ ਦੇ ਧਾਗੇ ਤੇ ਅਸੀਂ ਵੈਡਿੰਗ ਨੂੰ ਛੱਡ ਕੇ ਕਿਉਂਕਿ ਵੈਡਿੰਗ ਸਾਡੀ ਐਕਸਟਰਾ ਪਿਕ ਐਜ਼ ਏ ਕੰਸੀਡਰ ਹੁੰਦੀ ਹੈ ਡਿਜ਼ਾਈਨ ਦੇ ਵਿੱਚ, ਵੈਡਿੰਗ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਪਲੇਨ ਵੀ ਭਰ ਦਿਓ। 1 ਅਪ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ। ਸੈਕਿੰਡ ਫੇਸ ਦਾ ਧਾਗਾ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ 1 ਅਪ, ਫਿਰ 1 ਅਪ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ, ਫਿਰ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ 1 ਅਪ। ਇਹ ਅਸੀਂ ਫੇਸ ਐਂਡ ਤੇ ਅਸੀਂ ਪਲੇਨ ਵੀ ਭਰਤੀ। ਉਸ ਤੋਂ ਬਾਅਦ ਸਟਿਚਿੰਗ ਦੇ ਧਾਗਿਆਂ ਨੂੰ ਸੇਮ ਉਸੇ ਤਰ੍ਹਾਂ ਹੀ ਰੇਜ਼ ਕਰ ਦੇਣਾ ਲਾਸਟ ਵਾਲੀ ਪਿਕ ਤੇ, ਸਟਿਚਿੰਗ ਐਂਡ ਨੂੰ ਰੇਜ਼ ਕਰ ਦੇਣਾ ਲਾਸਟ ਵਾਲੀ ਪਿਕ ਤੇ। ਫਿਰ ਉਸ ਤੋਂ ਬਾਅਦ ਵੈਡਿੰਗ ਪਿਕਸ ਇੰਟਰੋਡਿਊਸ ਕੀਤੀਆਂ, ਵੈਡਿੰਗ ਪਿਕਸ ਉਸੇ ਤਰ੍ਹਾਂ ਹੀ ਪਿਛਲਾ ਡਿਜ਼ਾਈਨ ਵੈਡਿੰਗ ਪਿਕ ਇੰਟਰੋਡਿਊਸ ਕੀਤੀਆਂ, ਉਸ ਤੇ ਸਾਰੇ ਜਿਹੜੇ ਫੇਸ ਦੇ ਧਾਗੇ ਨੇ ਉਸ ਵੈਡਿੰਗ ਪਿਕ ਤੇ ਵੀ ਰੇਜ਼ ਕਰ ਦੇਣੇ, ਜਿਸ ਤਰ੍ਹਾਂ ਇਹ ਡਿਜ਼ਾਈਨ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ। ਇਹ ਸੇਮ ਪਿਛਲਾ ਡਿਜ਼ਾਈਨ ਹੈ, ਬਟ ਇਹਦੇ ਵਿੱਚ ਫਰਕ ਕੀ ਹੈ ਕਿ ਅਸੀਂ ਜਿਹੜਾ ਸਟਿਚਿੰਗ ਐਂਡ ਹੈ, stitching end are interwoven in plain order with all or some wedding picks. ਅਸੀਂ ਇਸ ਜਿਹੜਾ ਵੈਬ ਦਾ ਫਲੋਟ ਹੈ, ਜਿਹੜੀ ਇਹ ਜਿਹੜਾ ਸਟਰਕਚਰ ਹੈ, ਇਸ ਨੂੰ ਫਾਸਟ ਕਰਨਾ। ਤੁਹਾਨੂੰ ਪਤਾ ਜਦੋਂ ਫਾਸਟ ਅਸੀਂ ਸਟਰਕਚਰ ਕਰਦੇ ਹਾਂ ਤਾਂ ਅਸੀਂ ਐਡੀਸ਼ਨਲ ਇੰਟਰਲੇਸਮੈਂਟ ਵਧਾ ਦਿੰਦੇ ਹਾਂ, ਐਡੀਸ਼ਨਲ ਸਟਿਚਿੰਗ ਵਧਾ ਦਿੰਦੇ ਹਾਂ। ਉਸ ਦੇ ਵਿੱਚ ਕੀ ਹੈ, ਅਸੀਂ ਸਟਿਚਿੰਗ ਦੇ ਧਾਗੇ ਨੂੰ ਇਨ ਬਿਟਵੀਨ ਥੀਸ ਵੈਡਿੰਗ ਪਿਕਸ ਅਸੀਂ ਇੱਕ ਵਾਰੀ ਇੱਥੇ ਰੇਜ਼ ਕਰ ਦਿੰਦੇ ਹਾਂ,
ਸਟਿਚਿੰਗ ਦੇ ਧਾਗੇ ਨੂੰ ਇਸ ਵੈਡਿੰਗ ਪਿਕ ਤੇ ਰੇਜ਼ ਕਰਦੇ ਨੇ, ਦੂਸਰਾ ਜਿਹੜਾ ਸਟਿਚਿੰਗ ਦਾ ਧਾਗਾ ਉਸ ਨੂੰ 2 ਨੰਬਰ ਵੈਡਿੰਗ ਪਿਕਸ ਤੇ ਰੇਜ਼ ਕਰਦੇ ਨੇ। ਜਿਹੜਾ ਪਹਿਲਾ ਸਟਿਚਿੰਗ ਦਾ ਧਾਗਾ ਹੈ ਉਸ ਨੂੰ ਅਸੀਂ ਵੈਡਿੰਗ ਪਿਕਸ ਦੇ ਨਾਲ ਇੰਟਰਲੇਸ ਕਰਾਣਾ ਹੈ ਇਨ ਪਲੇਨ ਆਰਡਰ ਦੇ ਵਿੱਚ। ਤਾਂ ਅਸੀਂ ਜਿਹੜਾ ਪਹਿਲਾ ਸਟਿਚਿੰਗ ਦਾ ਧਾਗਾ ਉਸ ਨੂੰ ਪਹਿਲੀ 1 ਨੰਬਰ ਵੈਡਿੰਗ ਪਿਕ ਤੇ ਰੇਜ਼ ਕਰਦੇ ਨੇ, ਜਿਹੜਾ ਦੂਸਰਾ ਸਟਿਚਿੰਗ ਦਾ ਧਾਗਾ ਉਸ ਨੂੰ 2 ਨੰਬਰ ਵੈਡਿੰਗ ਪਿਕਸ ਤੇ ਅਸੀਂ ਰੇਜ਼ ਕਰਦੇ ਨੇ, ਮੀਨਸ ਐਡੀਸ਼ਨਲੀ ਇੰਟਰਲੇਸ ਕਰਾ ਦੇਣੇ। ਇਸ ਦੇ ਨਾਲ ਕੀ ਹੈ, ਸਾਡਾ ਜਿਹੜਾ ਸਟਰਕਚਰ ਹੈ ਉਹ ਫਾਸਟ ਹੋ ਜਾਏਗਾ। ਮੀਨਸ ਅਸੀਂ ਕੋਈ ਵੀ ਸਟਰਕਚਰ ਜਿਹਦੇ ਵਿੱਚ ਅਸੀਂ ਐਡੀਸ਼ਨਲੀ ਇੰਟਰਲੇਸ ਕਰ ਦੇਣੇ ਉਹ ਸਾਡਾ ਸਟਰਕਚਰ ਫਾਸਟ ਹੋ ਜਾਂਦਾ। ਫਾਸਟ ਮੀਨਸ ਜ਼ਿਆਦਾ ਕੰਪੈਕਟ ਹੋ ਜਾਂਦਾ। ਇਟ ਰਿਡਿਊਸਿਸ ਦਾ ਫਲੋਟ ਲੈਗ। ਓਬਵੀਅਸਲੀ ਤੁਸੀਂ ਐਡੀਸ਼ਨਲੀ ਇੰਟਰਲੇਸਮੈਂਟ ਵਧਾਈ ਹੈ ਸਟਿਚਿੰਗ ਦੇ ਧਾਗੇ ਦੀ, ਉਸ ਦੇ ਨਾਲ ਕੀ ਸਾਡੀ ਫਲੋਟ ਲੈਂਥ ਰਿਡਿਊਸ ਹੋ ਜਾਏਗੀ। and produces a more serviceable cloth which is less liable to accidental damage। ਸੋ ਇਸ ਤਰ੍ਹਾਂ ਦਾ ਜਿਹੜਾ ਕੱਪੜਾ ਸਾਡਾ ਫਾਸਟ ਕਰਨ ਦੇ ਨਾਲ ਬਣੇਗਾ, ਫਾਸਟ ਸਟਰਕਚਰ ਕਰਨ ਦੇ ਨਾਲ ਬਣੇਗਾ, ਉਹ ਸਟਰਕਚਰ ਜ਼ਿਆਦਾ ਸਰਵਿਸੇਬਲ ਹੋਵੇਗਾ, ਉਸਦੀ ਲਾਈਫ ਜ਼ਿਆਦਾ ਹੋਏਗੀ ਤੇ ਉਹ ਈਜ਼ੀਲੀ ਡੈਮੇਜ ਵੀ ਨਹੀਂ ਹੋਏਗਾ। ਅੱਗੇ ਉਹ ਕਹਿ ਰਿਹਾ it is produced in the same way as the loose back wedded welt structure। ਇਹ ਸੇਮ ਉਸੇ ਮੈਥਡ ਨਾਲ ਪ੍ਰੋਡਿਊਸ ਕੀਤਾ ਜਾਂਦਾ ਜਿਸ ਤਰ੍ਹਾਂ ਤੁਸੀਂ ਲਾਸਟ ਡਿਜ਼ਾਈਨ ਜਿਹੜਾ ਕੀਤਾ ਹੈ ਲੂਜ਼ ਬੈਕ ਵੈਡਿਡ ਵੈਲਟ ਸਟਰਕਚਰ, ਸੇਮ ਉਸੇ ਤਰ੍ਹਾਂ, ਐਕਸੈਪਟ ਇਨ ਦਿਸ ਕੇਸ the loose float of stitching end, ਇਹ ਜਿਹੜਾ ਲੂਜ਼ ਫਲੋਟ ਸੀ ਸਟਿਚਿੰਗ ਐਂਡ ਦਾ ਆਰ ਸਟਿਚਡ by raising stitching end over wedding picks। ਬਟ ਇਹ 'ਚ ਫਰਕ ਬਸ ਇਹੀ ਹੈ ਕਿ ਇਹ ਅਸੀਂ ਜਿਹੜਾ ਲੰਬਾ ਫਲੋਟ ਸੀ ਅਸੀਂ ਇਸ ਦੀ ਇੱਕ ਐਡੀਸ਼ਨਲੀ ਸਟਿਚਿੰਗ ਐਂਡ ਦੀ ਇੰਟਰਲੇਸਮੈਂਟ ਕਰਤੀ ਵਿਦ ਦਾ ਵੈਡਿੰਗ ਪਿਕਸ ਦੇ ਨਾਲ। ਪਹਿਲੇ ਸਟਿਚਿੰਗ ਐਂਡ ਦੀ ਅਸੀਂ ਐਡੀਸ਼ਨਲੀ ਇੰਟਰਲੇਸਮੈਂਟ ਕਰਤੀ 1 ਨੰਬਰ ਵੈਡਿੰਗ ਪਿਕਸ ਦੇ ਨਾਲ, ਤੇ ਸੈਕਿੰਡ ਜਿਹੜਾ 2 ਨੰਬਰ ਸਟਿਚਿੰਗ ਐਂਡ ਸੀ ਉਸ ਦੀ ਐਡੀਸ਼ਨਲੀ ਇੰਟਰਲੇਸਮੈਂਟ ਕਰਤੀ ਵਿਦ ਦਾ 2 ਨੰਬਰ ਵੈਡਿੰਗ ਪਿਕਸ ਦੇ ਨਾਲ। ਸੋ ਇਸ ਤਰ੍ਹਾਂ ਅਸੀਂ ਆਪਣੇ ਵੈਡਿਡ ਵੈਲਟ ਸਟਰਕਚਰ ਨੂੰ ਅਸੀਂ ਫਾਸਟ ਕਰ ਸਕਦੇ ਹਾਂ। ਫਾਸਟ ਮੀਨਸ ਜਿਸ ਦੇ ਵਿੱਚ ਅਸੀਂ ਐਡੀਸ਼ਨਲੀ ਇੰਟਰਲੇਸਮੈਂਟ ਕਰਦੇ ਹਾਂ, ਸਾਡਾ ਪੈਟਰਨ ਕੱਪੜਾ ਤੇ ਬਣ ਜਾਂਦਾ ਹੈ ਬਟ ਕਿਸੇ ਵਜ੍ਹਾ ਕਰਕੇ ਅਗਰ ਕੱਪੜੇ ਦੇ ਵਿੱਚ ਫਲੋਟ ਬਹੁਤ ਜ਼ਿਆਦਾ ਲੰਬਾ ਹੋ ਗਿਆ ਤਾਂ ਉਸ ਦੀ ਕੀ ਆ ਅਸੀਂ ਐਡੀਸ਼ਨਲ ਬਾਈਂਡਿੰਗ ਕਰਦੇ ਹਾਂ, ਸਟਿਚਿੰਗ ਕਰਦੇ ਹਾਂ। ਇਸ ਤਰ੍ਹਾਂ ਦੇ ਸਟਰਕਚਰ ਜਿਹੜੀ ਅਸੀਂ ਐਡੀਸ਼ਨਲ ਇੰਟਰਲੇਸਮੈਂਟ ਕਰਦੇ ਹਾਂ ਉਸ ਨੂੰ ਅਸੀਂ ਕਹਿੰਦੇ ਕਿ ਅਸੀਂ ਸਟਰਕਚਰ ਨੂੰ ਫਾਸਟ ਕਰਤਾ। ਤਾਂ ਇਹੀ ਅਸੀਂ ਇਸ ਡਿਜ਼ਾਈਨ ਦੇ ਵਿੱਚ ਕੀਤਾ, ਅਸੀਂ ਸਟਿਚਿੰਗ ਦੇ ਧਾਗੇ ਨੂੰ ਵੈਡਿੰਗ ਪਿਕਸ ਦੇ ਨਾਲ ਐਡੀਸ਼ਨਲੀ ਇੰਟਰਲੇਸਮੈਂਟ ਕਰਤਾ। 1 ਨੰਬਰ ਸਟਿਚਿੰਗ ਦੇ ਧਾਗੇ ਨੂੰ 1 ਨੰਬਰ ਵੈਡਿੰਗ ਪਿਕਸ ਦੇ ਨਾਲ ਇੰਟਰਲੇਸ ਕਰਤਾ ਤੇ 2 ਨੰਬਰ ਸਟਿਚਿੰਗ ਦੇ ਧਾਗੇ ਨੂੰ 2 ਨੰਬਰ ਵੈਡਿੰਗ ਪਿਕਸ ਦੇ ਨਾਲ ਇੰਟਰਲੇਸਮੈਂਟ ਕਰਤਾ। ਤਾਂ ਇਸ ਤਰ੍ਹਾਂ ਸਾਡਾ ਇਹ ਫਾਸਟ ਬੈਕ ਵੈਡਿਡ ਵੈਲਟ ਸਟਰਕਚਰ ਬਣ ਜਾਏਗਾ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਦਿੱਤਾ ਲੈਕਚਰ ਸਮਝ ਆ ਗਿਆ ਹੋਵੇਗਾ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੋਏਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਥੈਂਕ ਯੂ।